ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਤਾਂ ਚਿੱਠੀਆਂ ਦਾ ਜਵਾਬ ਲੈਣਾ ਚਾਹੁੰਦੇ ਨੇ, ਪਰ ਖੁਦ ਵੀ ਕਿੰਨੀਆਂ ਚਿੱਠੀਆਂ ਦਾ ਜਵਾਬ ਦਿੰਦੇ ਨੇ, ਇੱਕ ਬਹੁਤ ਵੱਡਾ ਸਵਾਲ ਹੈ। ਤੁਸੀਂ ਕਿੰਨੀਆਂ ਕੁ ਚਿੱਠੀਆਂ ਜਿਹੜੀਆਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੀਆਂ, ਪਰ ਉਸ ਦਾ ਜਵਾਬ ਕਿੰਨੀਆਂ ਚਿੱਠੀਆਂ ਦਾ ਆਇਆ ਤੁਹਾਡੇ? ਰੈਗੂਲਰ ਬੇਸ ਤੇ ਮੈਂ ਚਿੱਠੀਆਂ ਲਿਖਦਾ ਪ੍ਰਸ਼ਾਸਕ ਨੂੰ, ਲੇਕਿਨ ਮੈਨੂੰ ਅੱਜ ਤਾਈਂ ਇਹ ਨਹੀਂ ਪਤਾ ਲੱਗਿਆ ਉਹ ਚਿੱਠੀਆਂ ਗਈਆਂ ਕਿੱਥੇ। ਪ੍ਰਸ਼ਾਸਕ ਤੋਂ ਵੀ ਕੋਈ ਜਵਾਬ ਨਹੀਂ। ਕਿੰਨੀਆਂ ਕੁ ਚਿੱਠੀਆਂ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੂੰ ਲਿਖੀਆਂ? ਪਬਲਿਕ ਦੀ ਪ੍ਰਾਪਰਟੀ ਹੈ, ਪਬਲਿਕ ਦੀ ਪ੍ਰਾਪਰਟੀ ਤੇ ਜਿਹੜੀ ਕਮਾਈ ਆਉਂਦੀ ਹੈ ਸਰਕਾਰ ਦੇ ਖਾਤੇ 'ਚ ਜਾਣੀ ਚਾਹੀਦੀ। ਚੰਡੀਗੜ੍ਹ ਪ੍ਰਸ਼ਾਸਨ ਦੇ ਨੇ ਨਾ ਹਰ ਇੱਕ ਡਿਪਾਰਟਮੈਂਟ 'ਚ ਸੁਸਾਇਟੀਆਂ ਬਣਾਈ ਹੋਈ ਹੈ। ਸੁਸਾਇਟੀਆਂ ਕੀ ਉਸ ਦੀ ਦੁਰਵਰਤੋਂ ਕਰਦੀਆਂ? ਇਹ ਸੁਸਾਇਟੀਆਂ ਕਿਆ ਕਰਦੀ ਹੈ ਕਿ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ। ਜਿਹੜੇ 7 ਠੇਕੇ ਹੈ ਸ਼ਰਾਬ ਦੇ ਠੇਕੇ 18 ਤੋਂ ਵਿਕੇ ਹੀ ਨਹੀਂ, 7 ਠੇਕਿਆਂ ਨੇ ਆਪਣੀ ਪੇਮੈਂਟ ਹੀ ਨਹੀਂ ਕੀਤੀ। ਪੈਸਾ ਮਿਲਣਾ ਨਹੀਂ ਹੈਗਾ, ਨਹੀਂ ਮਿਲੇਗਾ ਤਾਂ ਚੰਡੀਗੜ੍ਹ ਦਾ ਬਜਟ ਘੱਟ ਹੋ ਜਾਏਗਾ। ਚੰਡੀਗੜ੍ਹ ਪ੍ਰਸ਼ਾਸਨ 'ਚ ਹੈਗਾ, ਇਹ ਕਰਦੇ ਨਹੀਂ ਜਵਾਬ। ਪੁਲਿਸ ਪ੍ਰਸ਼ਾਸਨ ਦਾ ਦੇਖ ਲਓ, ਤੁਹਾਡੇ ਨਾਲ ਪਿੱਛੇ ਗੱਲ ਹੋਈ ਸੀ, ਹੁਣ ਤਾਂ ਉਹਨਾਂ ਨੇ ਟੀਏ ਬਿੱਲ ਮੈਨੂੰ ਦਿੱਤੇ ਨਹੀਂ ਹੈਗੇ। ਹੈਰੀਟੇਜ ਕਮੇਟੀ ਦੀ ਮੀਟਿੰਗ 'ਚ ਲਿਖਿਆ ਗਿਆ ਹੈ ਕਿ ਇਸ ਸੈਂਟਰ ਦੇ ਬਾਹਰ ਜਾਂ ਅੰਦਰ ਕੋਈ ਚੇਂਜ ਨਹੀਂ ਕੀਤੀ ਜਾਵੇਗੀ, ਲੇਕਿਨ ਉਹਨਾਂ ਨੇ ਫਿਰ ਪੇਂਟ ਕਰਾਤਾ। ਕੋਈ ਸੁਣਦੇ ਨਹੀਂ ਹੈਗੇ, ਕੋਈ ਉਹਨਾਂ ਨੂੰ ਮਤਲਬ ਹੀ ਨਹੀਂ ਹੈਗਾ ਇਸ ਚੀਜ਼ ਦਾ। ਜੋ ਉਹਨਾਂ ਦੇ ਮਨ 'ਚ ਆਏ ਉਹ ਆਪਣਾ ਕਰ ਦਿਓ, ਲੇਕਿਨ ਜਿੱਥੇ ਇਹਨਾਂ ਦਾ ਜੀ ਕਰਦਾ ਉੱਥੇ ਉਹ ਤਲਵਾਰ ਹਟ ਜਾਂਦੀ ਹੈ ਤੇ ਇਹ ਚੇਂਜ ਕਰ ਸਕਦੇ ਨੇ। ਜੇ ਬਨਵਾਰੀ ਲਾਲ ਪੁਰੋਹਿਤ ਸਾਹਿਬ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ, ਉਹ ਤੁਹਾਨੂੰ ਇਸ ਵਕਤ ਇੰਟਰਵਿਊ ਦੇ ਜ਼ਰੀਏ ਸੁਣ ਰਹੇ ਹੋਣ ਤੇ ਉਹਨਾਂ ਨੂੰ ਸਵਾਲ ਕੀ ਕਰਨਾ ਚਾਹੋਗੇ ਜਾਂ ਜਵਾਬ ਕੀ ਲੈਣਾ ਚਾਹੋਗੇ? ਗੱਲ ਕਰਾਂਗੇ ਚੰਡੀਗੜ੍ਹ ਪ੍ਰਸ਼ਾਸਨ ਦੀ ਤੇ ਪ੍ਰਸ਼ਾਸਕ ਦੀ, ਜਿਹੜੇ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ। ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਤਾਂ ਚਿੱਠੀਆਂ ਦਾ ਜਵਾਬ ਲੈਣਾ ਚਾਹੁੰਦੇ ਨੇ, ਪਰ ਖੁਦ ਵੀ ਕਿੰਨੀਆਂ ਚਿੱਠੀਆਂ ਦਾ ਜਵਾਬ ਦਿੰਦੇ ਨੇ, ਇੱਕ ਬਹੁਤ ਵੱਡਾ ਸਵਾਲ ਹੈ। ਇਸੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਚੰਡੀਗੜ੍ਹ ਨਾਲ ਜੁੜੇ ਹੋਏ ਮਸਲਿਆਂ ਦੇ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਲਗਾਤਾਰ ਲਿਖਿਆ ਜਾਂਦਾ ਹੈ, ਪਰ ਉਸ ਦਾ ਜਵਾਬ ਨਹੀਂ ਮਿਲਦਾ। PMO ਆਫਿਸ ਤੱਕ ਚਿੱਠੀਆਂ ਪਾਈਆਂ ਜਾਂਦੀਆਂ ਨੇ ਤੇ ਉੱਥੋਂ ਫਿਰ ਰਿਕਮੈਂਡ ਕਰਕੇ ਜਦੋਂ ਇੱਥੇ ਗੱਲਾਂ ਆਉਂਦੀਆਂ ਨੇ, ਉਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਇੱਥੇ ਅਫਸਰ ਮੌਕੇ ਦਾ ਕਿਹੜਾ ਹੈ। ਪੁਰਾਣੇ ਅਫਸਰਾਂ ਦੇ ਨਾਂ ਦੇ ਉੱਤੇ ਚਿੱਠੀਆਂ ਲਿਖੀਆਂ ਜਾਂਦੀਆਂ ਨੇ। ਇਹ ਸਾਰੀਆਂ ਗੱਲਾਂ ਕਿਉਂ ਨੇ? ਭੰਬਲ ਭੂਸਾ ਕਿਉਂ ਹੈ? ਗੁੰਝਲਦਾਰ ਮਸਲਾ ਕਿਉਂ ਹੈ? ਪਬਲਿਕ ਨਾਲ ਡੀਲ ਕਰਨ ਦੇ ਮਸਲੇ ਉੱਥੇ ਦੇ ਉੱਥੇ ਕਿਉਂ ਖੜੇ ਨੇ? 4-4 5-5 ਸਾਲ ਹੋ ਗਏ, ਮਸਲਿਆਂ ਦਾ ਹੱਲ ਨਹੀਂ ਹੋ ਰਿਹਾ। ਇਹਨਾਂ ਸਾਰਿਆਂ ਸਵਾਲਾਂ ਦੇ ਉੱਤੇ ਡਿਸਕਸ਼ਨ ਕਰਾਂਗੇ। ਮੇਰੇ ਨਾਲ ਨੇ RTI ਐਕਟਿਵਿਸਟ ਤੇ ਸਮਾਜਿਕ ਮਸਲਿਆਂ ਦੇ ਉੱਤੇ ਬੋਲਣ ਵਾਲੇ ਵਿਭਾਗੀ ਦੇ ਨਾਲ RK ਗਰਗ ਸਾਹਿਬ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਗਰਗ ਸਾਹਿਬ, ਤੁਸੀਂ RTI ਤਾਂ ਪਾ ਕੇ ਜਵਾਬ ਲੈਣੇ ਹੀ ਹੋ ਕਿ ਜਿਹੜੇ ਪਬਲਿਕ ਦੇ ਨਾਲ ਕੰਸਰਨ ਮਸਲੇ ਨੇ ਉਹਨਾਂ ਦੇ ਉੱਤੇ ਜਵਾਬ ਮੰਗਿਆ ਜਾਵੇ, ਆਖਰਕਾਰ ਪ੍ਰਸ਼ਾਸਨ ਕਰ ਕੀ ਰਿਹਾ ਹੈ। ਪਰ ਤੁਸੀਂ ਕਿੰਨੀਆਂ ਕੁ ਚਿੱਠੀਆਂ ਜਿਹੜੀਆਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੀਆਂ, ਪਰ ਉਸ ਦਾ ਜਵਾਬ ਕਿੰਨੀਆਂ ਚਿੱਠੀਆਂ ਦਾ ਆਇਆ ਤੁਹਾਡੇ? ਮੈਂ ਜਿਹੜੇ ਪਬਲਿਕ ਦੇ ਇਸ਼ੂ ਆਉਂਦੇ ਨੇ ਬਾਰ-ਬਾਰ, ਕਿਉਂਕਿ ਸਾਡਾ ਜੋ ਪ੍ਰਸ਼ਾਸਨ ਹੈ ਇਹ ਤਾਂ ਸਾਨੂੰ ਜਵਾਬ ਦਿੰਦਾ ਨਹੀਂ। ਫਿਰ ਅਸੀਂ ਕੀਤਾ ਵੀ ਜੋ ਵੀ ਮਸਲੇ ਹੁੰਦੇ ਆ ਸਾਡੇ, ਤੇ ਮੈਂ ਫਿਰ ਪ੍ਰਸ਼ਾਸਕ ਨੂੰ ਲਿਖਣ ਲੱਗਿਆ। ਪ੍ਰਸ਼ਾਸਕ ਤੋਂ ਵੀ ਕੋਈ ਜਵਾਬ ਨਹੀਂ ਆਇਆ। ਜਿਹੜੇ ਵੀ ਮਸਲੇ, ਕਿੰਨੇ ਵੀ ਮਸਲੇ, ਕਿਸੇ ਵੀ ਚੀਜ਼ ਦੇ ਮਸਲੇ, ਚਾਹੇ ਉਹ ਰਾਈਟ ਟੂ ਸਰਵਿਸ ਕਮਿਸ਼ਨ ਦਾ ਹੋਵੇ, ਚਾਹੇ ਉਹ TI ਬਿੱਲ ਦਾ ਹੋਵੇ, ਚਾਹੇ ਹੋਰ ਜੋ ਪਬਲਿਕ ਮਸਲੇ ਹੈ, MSC ਦੇ ਮਸਲੇ ਹੈ, ਪ੍ਰਸ਼ਾਸਨ ਦੇ ਜਿਹੜੇ ਮਸਲੇ ਹੈ, ਚਾਹੇ ਉਹ ਫੈਸਟੀਵਲ ਮਨਾਉਣ ਦੇ ਹੋਵੇ, ਬਹੁਤ ਸਾਰੇ ਮਤਲਬ ਰੈਗੂਲਰ ਬੇਸ ਤੇ ਮੈਂ ਚਿੱਠੀਆਂ ਲਿਖਦਾ ਪ੍ਰਸ਼ਾਸਕ ਨੂੰ, ਲੇਕਿਨ ਮੈਨੂੰ ਅੱਜ ਤਾਈਂ ਇਹ ਨਹੀਂ ਪਤਾ ਲੱਗਿਆ ਉਹ ਚਿੱਠੀਆਂ ਗਈਆਂ ਕਿੱਥੇ। ਇਹ ਪ੍ਰਸ਼ਾਸਨ ਨੂੰ ਆਈਆਂ ਚਿੱਠੀਆਂ, ਪ੍ਰਸ਼ਾਸਨ ਨੇ ਉਹਦੇ ਕੋਈ ਕਾਰਵਾਈ ਕੀਤੀ, ਮੈਨੂੰ ਕਿਸੇ ਚੀਜ਼ ਦਾ ਜਵਾਬ ਨਹੀਂ ਆਇਆ। ਤੁਸੀਂ ਹੁਣ ਤੱਕ ਜੇ ਮੋਟਾ ਜਿਹਾ ਹਿਸਾਬ ਲਾਈਏ, ਕਿੰਨੀਆਂ ਕੁ ਚਿੱਠੀਆਂ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੂੰ ਲਿਖੀਆਂ? ਮੈਂ ਤਾਂ ਮਤਲਬ ਇਸ ਤਰ੍ਹਾਂ ਦੀ ਗਿਣਤੀ ਨਹੀਂ ਕਰ ਸਕਦਾ। ਮਤਲਬ ਬਹੁਤ ਸਾਰੀ ਚਿੱਠੀਆਂ ਮਤਲਬ ਹੈਗੀਆਂ ਜਿਹੜੀ ਮੈਂ ਲਿਖਦਾ ਰਹਿੰਦਾ ਰੈਗੂਲਰ ਬੇਸ ਤੇ। ਮੈਂ ਐਕਚੁਅਲੀ ਕਿਹਾ ਹੈ ਕਿ ਜਿਹੜੇ ਪਬਲਿਕ ਇਸ਼ੂਜ਼ ਹੁੰਦੇ ਆ, ਮੈਂ ਪਬਲਿਕ ਇਸ਼ੂਜ਼ ਉਠਾ ਰਿਹਾ। ਮੇਰਾ ਕੰਮ ਹੈ ਕਿ ਪ੍ਰਸ਼ਾਸਨ ਨੂੰ ਦੱਸਣਾ, ਪ੍ਰਸ਼ਾਸਨ ਨੂੰ ਕਹਿਣਾ ਵੀ ਇਹ ਤੁਸੀਂ ਰਿਕੁਐਸਟ ਕਰਨੀ ਵੀ ਤੁਸੀਂ ਇਸ 'ਤੇ ਕਾਰਵਾਈ ਕਰ ਲਓ, ਲੇਕਿਨ ਜੇ ਉਹ ਕਾਰਵਾਈ ਨਹੀਂ ਕਰਦੇ ਮੈਂ ਡਿਸਕਰੇਜ ਨਹੀਂ ਹੁੰਦਾ। ਬਸ ਮੇਰੇ 'ਚ ਇਹ ਤਕਲੀਫ ਹੈ ਕਿ ਜੇ ਮੈਨੂੰ ਕੋਈ ਜਵਾਬ ਨਹੀਂ ਦੇਵੇ, ਮੈਂ ਡਿਸਕਰੇਜ ਨਹੀਂ ਹੁੰਦਾ, ਬੰਦ ਨਹੀਂ ਕਰਦਾ ਉਹ। ਤੇ ਮੈਂ ਤਾਂ ਆਪਣੀ ਜਿਹੜਾ ਕਾਰਵਾਈ, ਜੋ ਮੈਨੂੰ ਮਸਲਾ ਲੱਗਦਾ ਉਹ ਮੈਂ ਲਿਖ ਕੇ ਭੇਜ ਦਿੰਦਾ, ਲੇਕਿਨ ਦੇਖਣ 'ਚ ਆਇਆ ਕਿ ਪਬਲਿਕ ਦੀ ਚਿੱਠੀਆਂ ਦਾ ਜਵਾਬ ਨਹੀਂ ਆਉਂਦਾ ਕੋਈ ਵੀ। ਪਬਲਿਕ ਦੀਆਂ ਚਿੱਠੀਆਂ ਦੇ ਜਵਾਬ ਨੂੰ ਲੈ ਕੇ ਪਿਛਲੇ ਦਿਨਾਂ 'ਚ ਸੁਰਖੀਆਂ ਬਹੁਤ ਬਣੀਆਂ। ਪੰਜਾਬ ਦੇ ਮੁੱਖ ਮੰਤਰੀ ਨਾਲ ਤੇ 32 ਦਾ ਅੰਕੜਾ ਚੱਲਦਾ ਰਿਹਾ ਰਾਜਪਾਲ ਸਾਹਿਬ ਦਾ। ਕਹਿੰਦੇ ਉਹ ਚਿੱਠੀਆਂ ਨੂੰ ਜਵਾਬ ਨਹੀਂ ਦਿੰਦੇ, ਉਲਟਾ ਲਵ ਲੈਟਰ ਦੱਸਦੇ ਆ ਉੱਧਰੋਂ। ਨਹੀਂ, ਇਹ ਦੇਖੋ, ਇਹ ਤਾਂ ਇੱਕ ਰਾਜਨੀਤਿਕ ਕਮੈਂਟ ਹੋਏਗਾ, ਮੈਂ ਉਸ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਲੇਕਿਨ ਮੈਂ ਇਹ ਚਾਹ ਰਿਹਾ ਕਿ ਜਿਹੜੀ ਪਬਲਿਕ ਹੈ
ਠੀਕ ਹੈ, ਰਾਜਪਾਲ ਕੋਈ ਰਾਸ਼ਟਰਪਤੀ ਦੇ ਨੁਮਾਇੰਦੇ ਹੁੰਦੇ ਆ, ਲੇਕਿਨ ਜਦੋਂ ਸਾਡੀ ਸਰਕਾਰ ਦੇ ਸਭ ਤੋਂ ਵੱਡੇ ਹੈੱਡ ਹੈ, ਅਸੀਂ ਉਹਨਾਂ ਵੱਲ ਦੇਖਦੇ ਹਾਂ ਵੀ ਸਾਨੂੰ ਕੁਝ ਉਹਦਾ ਕੋਈ ਉੱਥੋਂ ਦਾ ਡਾਇਰੈਕਸ਼ਨ ਮਿਲੇ ਨਾ ਘੱਟੋ ਘੱਟ। ਹੁਣ ਐਤਕੀ ਦੇਖੋ ਇਹ ਕਰਕੇ ਜਿਹੜੀ ਚਿੱਠੀ ਭੇਜੀ ਹੈ ਉਹਨਾਂ ਨੇ, ਉਹਦਾ ਬਿਲਕੁਲ ਮਤਲਬ ਪਤਾ ਹੀ ਨਹੀਂ ਚਿੱਠੀ ਕਿੱਥੇ ਗਈ ਹੈ। ਮੈਨੂੰ ਐਕਨੋਲੇਜਮੈਂਟ ਤਾਂ ਹੀ ਨਹੀਂ ਆਉਂਦੀ ਉਹਦੀ ਵੀ ਕਰਨਾ। ਇੱਕ ਅੱਧੀ ਵਾਰ ਐਕਨੋਲੇਜਮੈਂਟ ਆਈ, ਮੈਂ RTI ਪਾ ਕੇ ਪੁੱਛਿਆ ਕਿ ਮੇਰੀ ਇਹ ਐਕਨੋਲੇਜਮੈਂਟ ਦੀ ਚਿੱਠੀ ਦਾ ਜਵਾਬ ਕੀ ਹੈ। ਉਹ ਮੈਨੂੰ ਕਿਸੇ ਨੇ ਜਵਾਬ ਹੀ ਨਹੀਂ ਦੱਸਿਆ, ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ ਕਿਹੜੀ ਚਿੱਠੀ ਹੈ, ਕਿੱਦਾਂ। ਜੇ ਕੋਈ ਉਦਾਹਰਨ ਲੈਣੀ ਹੋਵੇ ਮੋਟੀ ਜੀ, ਉਹ ਕਿਹੜੀ ਚਿੱਠੀ ਸੀ ਜਿਹੜੀ ਪ੍ਰਸ਼ਾਸਕ ਨੂੰ ਤਾਂ ਲਿਖੀ ਗਈ, ਜਵਾਬ ਨਹੀਂ ਆਇਆ, ਤੁਸੀਂ ਫਿਰ ਅੱਕ ਕੇ ਕਿਹਾ ਕਿ ਨਹੀਂ ਹੁਣ PMO ਆਫਿਸ ਤੋਂ ਹੀ ਪੁੱਛ ਲੈਂਦੇ ਆ, ਇਹਨਾਂ ਨੂੰ ਪੁੱਛ ਲੈਣਗੇ ਆਪੇ, ਉਹ ਕਿਹੜਾ ਸੀ ਉਦਾਹਰਨ? ਇਹ ਦੇਖੋ ਦੋ ਹੁਣ ਬਿਲਕੁਲ ਕਰੰਟ ਦੇ ਮਸਲੇ ਦੋ ਹੈਗੇ ਆ। ਚੰਡੀਗੜ੍ਹ ਪ੍ਰਸ਼ਾਸਨ ਦੇ ਨੇ ਨਾ ਹਰ ਇੱਕ ਡਿਪਾਰਟਮੈਂਟ 'ਚ ਸੁਸਾਇਟੀਆਂ ਬਣਾਈ ਹੋਈ ਹੈ। ਜਿਹੜੀ ਵੀ ਡਿਪਾਰਟਮੈਂਟ ਦੀ ਕਮਾਈ ਆਉਂਦੀ ਹੈ, ਮੈਂ ਤੁਹਾਨੂੰ 2-3 ਉਦਾਹਰਨ ਦੇ ਦੇਣਾ, ਜਿੱਦਾਂ ਵੀ ਟੂਰਿਜ਼ਮ ਦੀ ਜਿਹੜੀ ਕਮਾਈ ਆਉਂਦੀ ਹੈ ਉਹ ਸਟੈਪਸ ਪਾ ਦਿੰਦੇ ਨੇ ਜੀ। ਫੋਰੈਸਟ ਡਿਪਾਰਟਮੈਂਟ ਦੀ ਜਿਹੜੀ ਕਮਾਈ ਆਉਂਦੀ ਉਹ ਫੋਰੈਸਟ ਦੀ ਸੁਸਾਇਟੀ ਨੂੰ ਪਾ ਦਿੰਦੇ ਨੇ। ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਜਿਹੜੀ ਕਮਾਈ ਉਹ ਸਪਿਕ ਨੂੰ ਪਾ ਦਿੰਦੇ ਨੇ। ਮੈਂ ਇਹ ਕਹਿ ਰਿਹਾ ਕਿ ਦੇਖੋ ਜੋ ਵੀ ਪਬਲਿਕ ਦੀ ਪ੍ਰਾਪਰਟੀ ਹੈ, ਪਬਲਿਕ ਦੀ ਪ੍ਰਾਪਰਟੀ ਤੇ ਜਿਹੜੀ ਕਮਾਈ ਆਉਂਦੀ ਹੈ ਜੀ, ਉਹ ਸਰਕਾਰ ਦੇ ਖਾਤੇ 'ਚ ਜਾਣੀ ਚਾਹੀਦੀ ਹੈ। ਸਰਕਾਰ ਦੇ ਖਾਤੇ 'ਚ ਜਾਏਗੀ ਤਾਂ ਸਾਨੂੰ ਉਹਦਾ ਫਾਇਦਾ ਮਿਲੇਗਾ, ਉਹਦੇ ਟੈਕਸਿਸ ਜਿਹੜੇ ਸਾਡੇ ਪੇ ਕਰਦੇ ਆ, ਉਹ ਤਾਂ ਸਾਨੂੰ ਬਜਟ ਆਏਗਾ, ਕੇਂਦਰ ਸਰਕਾਰ ਤੋਂ ਬਜਟ ਉਹੀ ਆਉਂਦਾ ਜਿਹੜਾ ਅਸੀਂ ਕਮਾ ਰਹੇ ਹਾਂ। ਤੇ ਸੁਸਾਇਟੀਆਂ ਕੀ ਉਸ ਦੀ ਦੁਰਵਰਤੋਂ ਕਰਦੀਆਂ? ਨਹੀਂ, ਸੁਸਾਇਟੀਆਂ ਦਾ ਇਸ ਤਰ੍ਹਾਂ ਹੈ ਕਿ ਸੁਸਾਇਟੀਆਂ ਕਿਆ ਕਰਦੀ ਹੈ ਕਿ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਕਿ ਜਿਹੜੇ ਜੇ ਆਪਣੇ ਬਜਟ 'ਚ ਪੈਸਾ ਜਾਵੇ ਉਹਦਾ CAG ਦਾ ਕੰਟਰੋਲ ਹੈ, ਉਹਦੇ ਆਡਿਟ ਹੁੰਦਾ ਹੈ, ਉਹਦੀ ਪੁੱਛਤਾਛ ਹੁੰਦੀ ਹੈ, ਆਡਿਟ ਪੈਰੇ ਹੁੰਦੇ, ਆਬਜੈਕਸ਼ਨ ਹੁੰਦੇ ਹੈ, ਉਹਦੇ ਸਾਰੀ ਚੀਜ਼ਾਂ ਦੀ ਕਾਰਵਾਈ ਹੁੰਦੀ ਹੈ। ਜਿਹੜੀ ਸੁਸਾਇਟੀਆਂ ਆਉਂਦੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ। ਜਿਹੜੇ ਆਡਿਟ ਮੈਂ ਇੱਕ ਵਾਰ 2018 'ਚ ਕਹਿ ਕੋ ਆ ਕੇ ਇਹਨਾਂ ਨੂੰ ਆਡਿਟ ਕਰਵਾਏ ਸੀਗੇ, ਥੋੜ੍ਹੇ 4-5 ਸੁਸਾਇਟੀਆਂ ਦੇ, ਰੈੱਡ ਕਰਾਸ ਦੇ, ਸਪਿਕ ਦੇ, ਸਟੈਪਸ ਦੇ ਕਰਵਾਏ ਸੀਗੇ, ਉਹਨਾਂ ਦਾ ਜਵਾਬ ਹੀ ਨਹੀਂ ਦਿੱਤਾ ਇਹਨਾਂ ਨੇ, ਕਿਉਂਕਿ ਉਹਦੇ ਕੋਲ ਕੋਈ ਜਿਹੜਾ ਲੋਕਲ ਆਡਿਟ ਹੈ ਉਹਦੇ ਕੋਲ ਕੋਈ ਪਾਵਰ ਹੀ ਨਹੀਂ ਹੈਗੇ। ਇਹ ਕਿੰਨੀ ਕੁ ਕਮਾਈ ਦਾ ਅੰਦਾਜ਼ਾ ਲਾਉਂਦੇ ਹੋ ਕਿ ਵੱਖ-ਵੱਖਰੀਆਂ ਸੁਸਾਇਟੀਆਂ ਕੋਲ ਪੈਸਾ ਜਮ੍ਹਾਂ ਹੋ ਜਾਂਦਾ ਇਹਨਾਂ ਵੱਖ-ਵੱਖ ਮਹਿਕਮਿਆਂ ਦੇ ਜ਼ਰੀਏ? ਮੈਨੂੰ ਲੱਗਦਾ ਹੈ ਕਿ ਕਾਫੀ ਸਾਰਾ 20-30-50-60 ਕਰੋੜ ਰੁਪਏ ਜਾਂ 100 ਕਰੋੜ ਰੁਪਏ ਦੇ ਕਰੀਬ ਦਾ ਹਿਸਾਬ ਕਿਤਾਬ ਬਣਦਾ ਇਹਨਾਂ ਦਾ। ਉਹ ਸਾਰਾ ਪੈਸਾ ਇਹਨਾਂ ਕੋਲ ਜਾ ਰਿਹਾ। ਦੂਸਰੀ ਕਿ ਸਭ ਤੋਂ ਬੜੀ ਚਿੰਤਾ ਦੀ ਗੱਲ ਇਹ ਹੈ ਕਿ ਜਦੋਂ ਸਰਕਾਰ ਦੀ ਕਮਾਈ ਦਾ ਪੈਸਾ ਸਾਈਡ 'ਚ ਕਿਤੇ ਹੋਰ ਜਮ੍ਹਾਂ ਹੋਣ ਲੱਗ ਜਾਵੇ ਤੇ ਸਰਕਾਰ ਦਾ ਬਜਟ ਹਿੱਲਦਾ ਹੈ। ਸਰਕਾਰ ਦਾ ਜਦੋਂ ਬਜਟ ਹਿੱਲਦਾ ਹੈ ਤਾਂ ਲੋਕਾਂ ਦੀ ਡਿਵੈਲਪਮੈਂਟ ਹਿੱਲਦੀ ਹੈ ਸਾਰੀ ਦੀ ਸਾਰੀ। ਔਰ ਇੱਕ ਹੋਰ ਚੀਜ਼ ਮੈਂ ਗੱਲ ਸ਼ੁਰੂ ਕੀਤੀ ਹੈ ਤਾਂ ਇੱਕ ਹੋਰ ਦੱਸਦਾ ਵੀ 2023-24 ਦੇ ਸਾਲ 'ਚ ਸਰਕਾਰ ਨੂੰ ਬਹੁਤ ਬੜਾ ਧੱਕਾ ਲੱਗਣੇ ਵਾਲਾ ਹੈ ਐਡਮਿਨਿਸਟ੍ਰੇਸ਼ਨ ਨੂੰ। ਇਹ ਹੁਣ ਦੇਖ ਨਹੀਂ ਰਹੇ, ਬਾਅਦ 'ਚ ਦੇਖਣਗੇ। ਦੇਖੋ ਮੈਂ 3-4 ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ। ਜਿੱਦਾਂ 18 ਠੇਕੇ ਜਿਹੜਾ ਸ਼ਰਾਬ ਦੇ ਠੇਕੇ ਵਿਕੇ ਹੀ ਨਹੀਂ, ਉਹਦੀ ਵੀ ਜੋ ਵੀ 200-400 300-400 ਕਰੋੜ ਰੁਪਏ ਜਿਹੜਾ ਉਹਦਾ ਮਿਲਣਾ ਸੀਗਾ ਉਹ ਮਿਲੇਗਾ ਨਹੀਂ ਸਰਕਾਰ ਨੂੰ। ਜਿਹੜਾ ਸੁਸਾਇਟੀਆਂ ਦਾ ਪੈਸਾ, ਜਿਹੜੀ 에ਅਰਫੋਰਸ ਸੈਂਟਰ ਦਾ ਪੈਸਾ ਹੈ, ਸਟੈਪ ਦਾ ਪੈਸਾ ਹੈ, ਹੋਰ ਕਿਤੇ ਦਾ ਪੈਸਾ ਸਾਰਾ, ਉਹ ਸਾਰਾ ਸਾਈਡ 'ਚ ਜਾ ਰਿਹਾ, ਉਹ ਸਰਕਾਰ ਨੂੰ ਮਿਲੇਗਾ ਨਹੀਂ। RLA 'ਚ ਜਿਹੜਾ ਵੀ ਇਲੈਕਟ੍ਰੋਨਿਕ ਵਹੀਕਲਸ ਨੂੰ ਜਿਹੜੀ ਸਬਸਿਡੀ ਦਿੱਤੀ ਹੈ ਉਹਦਾ ਪੈਸਾ ਘੱਟ ਹੋ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਉਹ ਮਾੜਾ ਕੰਮ ਹੋਇਆ, ਲੇਕਿਨ ਉਹ ਪੈਸਾ ਤਾਂ ਘੱਟ ਹੋ ਗਿਆ ਨਾ, ਤਾਂ ਕਿਤੇ ਨਾ ਕਿਤੇ ਉਹ ਬਜਟ ਪੂਰਾ ਕਿੱਥੋਂ ਹੋਏਗਾ। ਹੁਣ ਮੈਨੂੰ ਅੱਜ ਪਤਾ ਲੱਗਿਆ ਵੀ ਜਿਹੜੇ 7 ਠੇਕੇ ਹੈ ਸ਼ਰਾਬ ਦੇ ਠੇਕੇ, 18 ਤਾਂ ਵਿਕੇ ਹੀ ਨਹੀਂ, 7 ਠੇਕਿਆਂ ਨੇ ਆਪਣੀ ਪੇਮੈਂਟ ਹੀ ਨਹੀਂ ਕੀਤੀ, ਤੇ ਸਾਰਾ ਦਾ ਸਾਰਾ ਪੈਸਾ ਕਿੱਥੇ? ਉਹ ਪੈਸਾ ਮਿਲਣਾ ਨਹੀਂ ਹੈਗਾ। ਨਹੀਂ ਮਿਲੇਗਾ ਤਾਂ ਚੰਡੀਗੜ੍ਹ ਦਾ ਬਜਟ ਘੱਟ ਹੋ ਜਾਏਗਾ। ਬਜਟ ਘੱਟ ਹੋ ਜਾਏਗਾ ਤਾਂ ਸਾਨੂੰ ਡਿਵੈਲਪਮੈਂਟ ਦੇ ਪੈਸੇ ਨਹੀਂ ਮਿਲਣਗੇ। ਜਿੱਦਾਂ ਅੱਜ ਸਾਡੇ MC ਦੀ ਹਾਲਤ ਇਹ ਹੈ ਕਿ ਪੈਸੇ ਦੇ ਬਿਨਾਂ ਉਹਨਾਂ ਨੇ ਸਾਰੇ ਡਿਵੈਲਪਮੈਂਟ ਕੰਮ ਰੋਕਦੇ ਨੇ। ਕੱਲ੍ਹ ਨੂੰ ਹੋ ਸਕਦਾ ਹੈ ਕਿ ਸਾਡੇ ਕੋਲ ਪੈਸਾ ਨਾ ਹੋਵੇ, ਸਾਡੇ ਡਿਵੈਲਪਮੈਂਟ ਕੰਮ ਰੁਕ ਜਾਣਗੇ। ਕਿਉਂਕਿ ਸੈਂਟਰ ਤੁਸੀਂ ਉਦਾਹਰਨਾਂ ਦੇ ਰਹੇ ਹੋ, ਵੈਸੇ ਤਾਂ ਮੰਨਿਆ ਇਹ ਜਾਂਦਾ ਹੈ ਕਿ ਬਾਕੀ ਵੱਖੋ ਵੱਖਰੇ ਸੂਬਿਆਂ ਦੇ ਜਾਂ ਉੱਤਰੀ ਭਾਰਤ ਨੂੰ ਹੀ ਲੈ ਲਈਏ, ਚੰਡੀਗੜ੍ਹ ਇੱਕੋ ਇੱਕ ਪ੍ਰਸ਼ਾਸਨ ਐਸਾ ਜਿਹਦੀ ਜਵਾਬਦੇਹੀ ਬਹੁਤ ਜ਼ਿਆਦਾ ਹੈ, ਜਲਦੀ ਜਵਾਬ ਆਉਂਦੇ ਨੇ, ਚਾਹੇ ਪੁਲਿਸ ਪ੍ਰਸ਼ਾਸਨ ਦੀ ਗੱਲ ਹੋਵੇ, ਚਾਹੇ ਸਿਵਲ ਪ੍ਰਸ਼ਾਸਨ ਦੀ ਗੱਲ ਹੋਵੇ। ਪਰ ਤੁਹਾਡੀਆਂ ਉਦਾਹਰਨਾਂ ਤੋਂ ਲੱਗਦਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ 'ਚ ਵੀ ਕਾਫੀ ਉਣਤਾਂ ਆਈਆਂ। ਨਹੀਂ, ਇਹ ਤਾਂ ਚੰਡੀਗੜ੍ਹ ਪ੍ਰਸ਼ਾਸਨ 'ਚ ਹੈਗਾ, ਇਹ ਕਰਦੇ ਨਹੀਂ ਜਵਾਬ। ਪੁਲਿਸ ਪ੍ਰਸ਼ਾਸਨ ਦਾ ਦੇਖ ਲਓ, ਤੁਹਾਡੇ ਨਾਲ ਪਿੱਛੇ ਗੱਲ ਹੋਈ ਸੀ, ਹੁਣ ਤਾਂ ਇਹਨਾਂ ਨੇ TA ਬਿੱਲ ਮੈਨੂੰ ਦਿੱਤੇ ਨਹੀਂ ਹੈਗੇ, ਕੋਈ ਪੜ੍ਹਦੇ ਹੀ ਨਹੀਂ। ਜਿਹੜੀ ਜਿੱਥੇ ਜਵਾਬਦਾਰੀ ਆ ਜਾਵੇ ਉਹ ਜਵਾਬਦਾਰੀ ਦੇ ਨਾਂ 'ਤੇ ਪੜ੍ਹਦੇ ਨਹੀਂ ਚਿੱਠੀ, ਉਹ ਬਿਨਾਂ ਪੜ੍ਹੇ ਸਿੱਧੀ ਡਿਸਪੋਜ਼ ਆਫ ਕਰਕੇ ਖ਼ਤਮ ਕਰਦੇ ਨੇ। ਮੈਨੂੰ ਲੱਗਦਾ ਹੈ ਕਿ ਇਹ ਕੋਈ ਜਾਣਬੁੱਝ ਕੇ ਪਾਲਿਸੀ ਅਪਣਾਈ ਹੋਈ ਹੈ ਕਿ ਜਿਹੜੇ ਵੀ ਕ੍ਰੂਸ਼ੀਅਲ ਇਸ਼ੂਜ਼ ਹੈ, ਮੈਂ ਤੁਹਾਨੂੰ 3-4 ਕ੍ਰੂਸ਼ੀਅਲ ਇਸ਼ੂ ਦੱਸ ਦਿੰਦਾ। 에ਅਰਫੋਰਸ ਸੈਂਟਰ ਜਿਹੜਾ ਬਣਿਆ ਸੈਕਟਰ 18 'ਚ, ਜਿਹੜੇ ਬਸਕਿਊ ਸ਼ੈਲਟਰ ਬਣ ਰਹੇ ਨੇ, ਅਤੇ ਜਿਹੜਾ 17 ਸੈਕਟਰ 'ਚ ਜਿਹੜੀ ਪਲੈਨਿੰਗ ਚੱਲ ਰਹੀ ਹੈ, ਸਾਰਾ ਚੇਂਜਿਸ ਹੋ ਰਿਹਾ ਸਾਰਾ।
1 ਕਰੋੜ 70 ਲੱਖ ਰੁਪਏ ਦਾ ਕੰਟਰੈਕਟ ਤਾਂ ਸਿਰਫ ਉਹਦੀ ਪ੍ਰਪੋਜ਼ਲ ਵਾਸਤੇ ਬਣਿਆ। ਪ੍ਰਪੋਜ਼ਲ ਇਹਨੂੰ ਇੱਕ ਕੰਸਲਟੈਂਟ ਹੈ, ਉਹਨੂੰ 1 ਕਰੋੜ 70 ਲੱਖ ਰੁਪਏ ਦਾ 2015 ਚ ਕੰਟਰੈਕਟ ਹੋਇਆ ਸੀ, ਅੱਜ ਤਾਈਂ ਪੂਰਾ ਨਹੀਂ ਹੋਇਆ। ਉਹਨੂੰ 1 ਕਰੋੜ 44 ਲੱਖ ਰੁਪਏ ਆਲਰੇਡੀ ਦੇ ਚੁੱਕੇ ਹੈ, ਲੇਕਿਨ ਮੈਨੂੰ ਇਹ ਇੰਜੀਨੀਅਰਿੰਗ ਡਿਪਾਰਟਮੈਂਟ ਵਾਲੇ ਡਿਟੇਲ ਨਹੀਂ ਦੇ ਰਹੇ। ਬਸ ਕਿਉਂ ਸ਼ੈਲਟਰ ਹੈ ਜਿੱਦਾਂ ਕਿੰਨੇ ਕਰੋੜ ਰੁਪਏ ਦਾ ਕੰਮ ਹੈ, ਸਾਰਾ ਬਣ ਰਿਹਾ, ਸਾਰੇ ਉਹਦੀ ਡਿਟੇਲ ਮੰਗਦਾ, ਮੈਨੂੰ ਦੇ ਨਹੀਂ ਰਹੇ ਇੰਜੀਨੀਅਰਿੰਗ ਡਿਪਾਰਟਮੈਂਟ ਵਾਲੇ। ਤੇ ਕਿਸ ਤਰ੍ਹਾਂ ਕੰਮ ਚੱਲੇਗਾ, ਕੀ ਚੀਜ਼ ਹੋਏਗੀ? 에ਅਰਫੋਰਸ ਸੈਂਟਰ ਹੈ, ਉਹਦੇ ਤੇ ਪੇਂਟ ਕਰਵਾਇਆ ਹੈ, ਇਲੀਗਲ ਪੇਂਟ ਕਰਵਾਇਆ। ਮੈਂ ਅੱਜ ਤੁਹਾਡੇ ਇਸ ਦੇ ਰਾਹੀਂ ਕਹਿ ਰਿਹਾ, ਮੈਂ ਉਹ ਹੈਰੀਟੇਜ ਕਲਾਸ 1 ਬਿਲਡਿੰਗ ਹੈ, ਉਸ ਤੇ ਕੋਈ ਵੀ ਚੇਂਜਸ ਨਹੀਂ ਹੋ ਸਕਦੀਆਂ। ਹੈਰੀਟੇਜ ਕਮੇਟੀ ਦੀ ਮੀਟਿੰਗ 'ਚ ਲਿਖਿਆ ਗਿਆ ਹੈ ਕਿ ਇਸ ਸੈਂਟਰ ਦੇ ਬਾਹਰ ਜਾਂ ਅੰਦਰ ਕੋਈ ਚੇਂਜ ਨਹੀਂ ਕੀਤੀ ਜਾਵੇਗੀ, ਲੇਕਿਨ ਉਹਨਾਂ ਨੇ ਫਿਰ ਪੇਂਟ ਕਰਾਤਾ। ਉਹ ਵਜ੍ਹਾ ਕੀ ਹੈ ਪੇਂਟ ਕਰਾਉਣ ਦੀ? ਬਾਤ ਸੁਣਦੇ ਹੀ ਨਹੀਂ ਅਫਸਰ, ਕੋਈ ਸੁਣਦੇ ਨਹੀਂ ਹੈਗੇ, ਕੋਈ ਉਹਨਾਂ ਨੂੰ ਮਤਲਬ ਹੀ ਨਹੀਂ ਹੈਗਾ ਇਸ ਚੀਜ਼ ਦਾ। ਜੋ ਉਹਨਾਂ ਦੇ ਮਨ 'ਚ ਆਏ ਉਹ ਆਪਣਾ ਕਰ ਦੋ। ਉਹਦੇ ਮੈਂ ਡਿਟੇਲ ਮੰਗ ਰਿਹਾ, ਮੈਨੂੰ ਦੇ ਨਹੀਂ ਰਹੇ। ਪੇਂਟ ਹੋਇਆ ਵੀ ਹੈ ਕਿ ਕਾਗਜ਼ਾਂ 'ਚ ਕਿਤੇ ਖਰਚਾ ਪੈ ਗਿਆ? ਨਹੀਂ, ਪੇਂਟ ਤਾਂ ਹੋਇਆ, ਪੇਂਟ ਤਾਂ ਹੋਇਆ, ਲੇਕਿਨ ਉਹ ਪੇਂਟ ਉਹ ਜੇ ਤੁਸੀਂ ਦੇਖੋ ਇੱਕ ਚੀਜ਼ ਹੋਰ ਅੱਗੇ ਜਦੋਂ ਗੱਲ ਵੱਧਦੀ ਹੈ, ਫਿਰ ਜਿਹੜੇ ਸਿਨੇਮੇ ਹੈਗੇ ਪੁਰਾਣੇ ਬਣੇ ਹੋਏ, ਉਹਨਾਂ ਨੂੰ ਚੇਂਜ ਕਰਨ ਵਾਸਤੇ ਤਾਂ ਹੈਰੀਟੇਜ ਦੀ ਤਲਵਾਰ ਲਟਕਾਤੀ, ਉਹ ਚੇਂਜ ਨਹੀਂ ਹੋ ਸਕਦਾ। ਲੇਕਿਨ ਜਿੱਥੇ ਇਹਨਾਂ ਦਾ ਜੀ ਕਰਦਾ ਉੱਥੇ ਉਹ ਤਲਵਾਰ ਹਟ ਜਾਂਦੀ ਹੈ ਤੇ ਇਹ ਚੇਂਜ ਕਰ ਸਕਦੇ ਨੇ। ਜਿੱਥੇ 18 ਸੈਕਟਰ ਦੀ ਪੰਚਾਇਤ ਭਵਨ ਦੀ ਬਿਲਡਿੰਗ ਹੈ, ਉਹ ਤੇ ਚੇਂਜਸ ਹੋ ਰਹੇ ਹੈ। ਹੈਰੀਟੇਜ ਦੀ ਮੈਂ ਪੁੱਛਿਆ ਵੀ ਕਿੱਥੇ ਕਲੀਅਰੈਂਸ ਹੈ ਦੀ, ਕੋਈ ਜਵਾਬ ਨਹੀਂ ਦੇ ਰਿਹਾ। ਸਿਟੀ ਬਿਊਟੀਫੁਲ ਵਾਲਾ ਕਨਸੈਪਟ ਕਿਤੇ ਢਾਹ ਲੱਗ ਰਹੀ ਹੈ ਉਹਨੂੰ? ਮਰਜ਼ੀ ਹੈ। ਦੇਖੋ ਇਹ ਜਿਹੜਾ ਹੈਰੀਟੇਜ ਦਾ ਜਿਹੜਾ, ਦੇਖੋ ਇੱਕ ਹੋਰ ਨਵੀਂ ਚੀਜ਼ ਕਰਦਾ। 14 ਸਤੰਬਰ ਨੂੰ ਹੈਰੀਟੇਜ ਕਮੇਟੀ ਦੀ ਮੀਟਿੰਗ ਹੋਈ ਜੀ, ਅੱਜ ਤਾਈਂ ਉਹਦੀ ਪ੍ਰੈਸ ਰਿਲੀਜ਼ ਨਹੀਂ ਆਈ। ਤੇ ਮੀਟਿੰਗ 'ਚ ਬਿਨਾਂ ਪ੍ਰੈਸ ਰਿਲੀਜ਼ ਦੇ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਉਹਦੇ 'ਚ ਹੋਇਆ ਕੀ ਹੈ? ਹਰ ਰੋਜ਼ ਕੋਈ ਨਾ ਕੋਈ ਅਖਬਾਰ ਇੱਕ ਨਵੀਂ ਚੀਜ਼ ਲਿਖ ਦਿੰਦਾ ਉਹਦੇ ਬਾਰੇ। ਜੇ ਪ੍ਰੈਸ ਰਿਲੀਜ਼ ਹੁੰਦੀ ਤਾਂ ਪਤਾ ਲੱਗਦਾ ਨਾ ਵੀ ਕੀ ਹੋਇਆ, ਕਿਹੜੇ ਬੰਦੇ ਨੇ ਅਟੈਂਡ ਕੀਤੀ ਹੈ ਮੀਟਿੰਗ, ਉਹਨਾਂ ਨੇ ਕੀ ਕਿਹਾ, ਕੀ ਪੁਆਇੰਟਸ ਉੱਥੇ ਡਿਸਕਸ ਹੋਏ, ਤਾਂ ਪਤਾ ਲੱਗਦਾ। ਉਹ ਹੈਰੀਟੇਜ ਕਮੇਟੀ ਦੀ ਜੇ ਪ੍ਰੈਸ ਰਿਲੀਜ਼ ਹੈ, ਉਹ ਪ੍ਰੈਸ ਰਿਲੀਜ਼ ਹੀ ਨਹੀਂ ਆਈ। ਇਹ ਲੋਕਾਂ ਦੇ ਨਾਲ ਸਿੱਧੇ ਮਸਲੇ ਜਿਹੜੇ ਜੁੜੇ ਹੋਏ ਆ, ਜਿਨ੍ਹਾਂ ਨੂੰ ਤੁਸੀਂ ਜਵਾਬਦੇਹੀ ਮੰਗਦੇ ਹੋ ਪ੍ਰਸ਼ਾਸਨ ਤੋਂ, ਘੱਟੋ ਘੱਟ ਜਵਾਬ ਦਿਓ। ਨਾ ਪ੍ਰਸ਼ਾਸਕ ਵੱਲੋਂ ਜਵਾਬ ਆਉਂਦਾ ਹੈ, ਨਾ ਹੋਰ ਚਿੱਠੀਆਂ ਥਾਂ ਲਿਖੀਆਂ ਨਾ ਜਵਾਬ ਆਉਂਦਾ ਹੈ। ਜਵਾਬ ਨਾ ਆਉਣ ਦੀ ਕਿੱਥੇ ਘਾਟ ਕਿੱਥੇ ਲੱਗਦੀ, ਕਾਰਨ ਕੀ ਲੱਗਦਾ ਤੁਹਾਨੂੰ? ਨਹੀਂ, ਕਾਰਨ ਕੀ ਹੈ? ਸਿਸਟਮ ਇੱਕ ਤਾਂ ਤਾਲਮੇਲ ਨਹੀਂ ਹੈਗਾ। ਇੱਕ ਹੈ ਕਿ ਜਾਣਬੁੱਝ ਕੇ ਵੀ ਚਲੋ ਠੀਕ ਹੈ ਅਸੀਂ ਨਹੀਂ ਕਰਦੇ, ਅਸੀਂ ਨਹੀਂ ਪਬਲਿਕ ਨੂੰ ਦੱਸਦੇ। ਕੀ ਕਰ ਲੈਣਗੇ ਦੱਸੋ ਸਾਨੂੰ, ਕੀ ਕਰ ਲੈਣਗੇ? ਸਾਡੇ ਕੋਲ ਵੀ ਸਟੇਟ ਦੀ ਤਰ੍ਹਾਂ MLA ਤਾਂ ਕੋਈ ਹੈ ਨਹੀਂ, ਸਾਡੇ ਕੋਈ MP ਤਾਂ ਹੈ ਨਹੀਂ ਸਾਡੇ ਕੋਈ ਵੀ ਜਾ ਕੇ ਉਹਨੂੰ ਪੁੱਛੇਗਾ, ਵੀ ਪਾਰਲੀਮੈਂਟ ਸਵਾਲ ਪੁੱਛੇਗਾ, ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ। ਇਕਲੌਤੇ MP ਹੈ, ਉਹਨਾਂ ਨੂੰ ਵੀ ਚਿੱਠੀ ਲਿਖੀ ਤੁਸੀਂ? ਕੌਣ ਪਿੱਛੇ? ਮੈਂ ਨਹੀਂ ਉਹਨਾਂ ਨੂੰ ਚਿੱਠੀ ਲਿਖੀ। ਉਹਦੀ ਵਜ੍ਹਾ ਕੀ ਹੈ ਕਿ MP ਨੂੰ ਨਹੀਂ ਚਿੱਠੀ ਲਿਖੀ? ਨਹੀਂ, ਉਹ ਕਿਉਂਕਿ ਉਹ ਪੋਲੀਟੀਕਲ ਜਿਹੜਾ ਵੀ ਚੁਆਇਸ ਹੈ, ਮੈਂ ਉਹਨਾਂ ਨੂੰ ਚਿੱਠੀ ਨਹੀਂ ਲਿਖਦਾ ਕਦੀ ਵੀ। ਮੈਂ ਅੱਜ ਤਾਈਂ ਇੱਕ ਵੀ ਚਿੱਠੀ ਮੈਂ ਆਪਣੇ MP ਨੂੰ ਨਹੀਂ ਲਿਖੀ, ਬਸ। ਕਿਉਂਕਿ ਮੈਂ ਤਾਂ ਸਿਰਫ ਜਿਹੜੇ ਅਧਿਕਾਰੀ ਹੈ, ਜਿਹਨਾਂ ਦੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੇ ਇੱਥੇ ਸੈਂਟਰ ਗਵਰਨਮੈਂਟ ਨੇ ਉਹਨਾਂ ਨੂੰ ਇੱਥੇ ਲਾਇਆ ਚਲਾਉਣ ਵਾਸਤੇ, ਮੈਂ ਉਹਨਾਂ ਨੂੰ ਲਿਖਦਾ ਜਿਹੜੇ ਰਿਸਪੌਂਸੀਬਲ ਹੈ। ਮੈਂ ਜੇ ਇਸੇ ਤਰ੍ਹਾਂ ਤੁਹਾਡੀਆਂ ਚਿੱਠੀਆਂ ਲਿਖੀਆਂ ਜਾਣਗੀਆਂ, ਸਵਾਲ ਹੁੰਦੇ ਰਹਿਣਗੇ, ਜਵਾਬ ਕੋਈ ਆਏਗਾ ਨਹੀਂ, ਤੇ ਅੱਗੇ ਗੱਲ ਕਿਵੇਂ ਤੁਰੇਗੀ? ਲੋਕਾਂ ਦੇ ਮਸਲੇ ਹੱਲ ਕਿਵੇਂ ਹੋਣਗੇ? ਦੇਖੋ ਜੀ, ਮੈਂ ਤਾਂ ਪੋਜ਼ਿਟਿਵ ਹਾਂ। ਮੈਂ ਹੁਣ ਵੀ ਤੁਹਾਡੀ ਗੱਲ ਤੋਂ ਲੱਗਦਾ ਹੈ ਕਿ ਮੈਨੂੰ ਛੱਡ ਦੇਣਾ ਚਾਹੀਦਾ ਹੈ। ਨਹੀਂ, ਇਹ ਜਿਹੜਾ ਇੱਕ ਸਿਸਟਮ ਹੁੰਦਾ ਹੈ, ਸਿਸਟਮ ਕੀ ਕਰਦਾ ਹੈ ਕਿ ਲੋਕਾਂ ਨੂੰ ਡਿਸਕਰੇਜ ਕਰਦਾ ਹੈ ਵੀ ਤੁਸੀਂ ਥੱਕ ਹਾਰ ਕੇ ਬਹਿ ਜਾਣਾ, ਤੁਸੀਂ ਆਪਣਾ ਥੱਕ ਹਾਰ ਕੇ ਬਹਿ ਜਾਓ। ਲੇਕਿਨ ਮੈਂ ਨਹੀਂ ਥੱਕ ਹਾਰ ਕੇ ਬਹਿੰਦਾ। ਮੈਂ ਤਾਂ ਦੇਖੋ ਆਪਣਾ ਕੰਮ, ਰੱਬ ਨੇ ਮੈਨੂੰ ਇੱਕ ਡਿਊਟੀ ਦਿੱਤੀ ਹੈ ਕਿ ਮੈਂ ਆਪਣਾ ਲੋਕਾਂ ਦੇ ਜਿਹੜੇ ਇਸ਼ੂਜ਼ ਆ ਉਹ ਉਠਾਉਂਦਾ ਰਹਾਂ। ਮੈਂ ਉਠਾਉਂਦਾ ਰਹਾਂਗਾ, ਮੈਂ ਥੱਕਣ ਵਾਲਾ ਨਹੀਂ ਹੂੰ। ਜਦੋਂ ਤੱਕ ਮੈਂ ਜਿੰਦਾ, ਉਹਦੇ ਬਾਅਦ ਦੇਖੀ। ਇੱਕ ਆਖਰੀ ਸਵਾਲ, ਤੁਸੀਂ ਬਹੁਤ ਸਾਰੇ ਮਸਲੇ ਤਾਂ ਦੱਸ ਹੀ ਦਿੱਤੇ ਹੈ। ਜੇ ਬਨਵਾਰੀ ਲਾਲ ਪੁਰੋਹਿਤ ਸਾਹਿਬ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ, ਉਹ ਤੁਹਾਨੂੰ ਇਸ ਵਕਤ ਇੰਟਰਵਿਊ ਦੇ ਜ਼ਰੀਏ ਸੁਣ ਰਹੇ ਹੋਣ ਤੇ ਉਹਨਾਂ ਨੂੰ ਸਵਾਲ ਕੀ ਕਰਨਾ ਚਾਹੋਗੇ ਜਾਂ ਜਵਾਬ ਕੀ ਲੈਣਾ ਚਾਹੋਗੇ? ਮੈਂ ਦੇਖੋ ਇਹ ਬੜੀ ਇੱਕ ਤੁਹਾਡੇ ਰਾਹੀਂ ਇਹ ਗੱਲ ਕਹਿ ਰਿਹਾ ਕਿ ਸਾਡੇ ਪ੍ਰਸ਼ਾਸਕ ਬਹੁਤ ਚੰਗੇ ਪ੍ਰਸ਼ਾਸਕ ਹੈਗੇ, ਉਹਨਾਂ ਦਾ ਬਹੁਤ ਐਕਸਪੀਰੀਅੰਸ ਹੈਗਾ, ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ। ਉਹ ਇਸ ਦਾ ਨਹੀਂ ਹੈ ਛੋਟੀ ਛੋਟੀ ਗੱਲਾਂ ਨੇ। ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਸਾਰਾ ਮਸਲੇ ਉਹਦੇ ਕੋਲ ਨਹੀਂ ਪਹੁੰਚਦੇ ਹੋਣੇ। ਉਹੀ ਗੱਲ ਪ੍ਰਾਈਮ ਮਿਨਿਸਟਰ ਆਫਿਸ ਦੀ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਜਿਹੜੇ ਮਸਲੇ ਮੈਂ ਰੇਜ਼ ਕਰਦਾ ਉਹ ਪ੍ਰਾਈਮ ਮਿਨਿਸਟਰ ਤੱਕ ਪਹੁੰਚਦੇ ਹੋਣੇ। ਅਧਿਕਾਰੀ ਜਿਹੜੇ ਹੈ ਨਾ, ਉਹ ਅਧਿਕਾਰੀ ਆਪਣੇ ਕੋਲ ਬੈਠੇ ਰਹਿੰਦੇ। ਇਹਦਾ ਇੱਕ ਉਦਾਹਰਨ ਆਇਆ ਹੈ, ਪਿੱਛੇ TA ਬਿੱਲ ਦੀ ਜਿਹੜੀ ਗੱਲ ਹੋਈ ਸੀ, ਉਹ ਪ੍ਰਸ਼ਾਸਕ ਦੇ
ਕਿਤੇ ਧਿਆਨ 'ਚ ਆਈ ਹੈ, ਕਿਤੇ ਉਹਨਾਂ ਦੇ ਅੱਗੇ ਪੈ ਗਈ ਹੈ, ਉਹਨੇ ਫਟ ਦੇ ਆਰਡਰ ਕਰਤਾ ਕਿ ਬਾਈ ਯਾਰ ਕੋਈ ਨਹੀਂ ਜਾਏਗਾ। ਮੈਨੂੰ ਲੱਗਦਾ ਹੈ ਕਿ ਇਹ ਸਾਰਾ ਪ੍ਰਸ਼ਾਸਨਿਕ ਤੰਤਰ ਹੈ ਜਿਹੜਾ ਉਹਨਾਂ ਕੋਲ ਇਹ ਸਾਰੀ ਚੀਜ਼ਾਂ ਨਹੀਂ ਪਹੁੰਚਾ ਰਿਹਾ। ਤੇ ਮੈਂ ਉਹਨਾਂ ਨੂੰ ਇਹ ਥੋੜਾ ਜਿਹਾ ਰਿਕੁਐਸਟ ਇਹ ਕਰੂੰਗਾ ਕਿ ਉਹ ਜਿਹੜੇ ਸੈਕਟਰੀਏਟ 'ਚ ਆਉਂਦੇ ਨੇ, ਹਫਤੇ 'ਚ 2 ਵਾਰ ਆਉਂਦੇ ਨੇ ਸੈਕਟਰੀਏਟ 'ਚ, ਤੇ ਥੋੜਾ ਜਿਹਾ ਉਹ ਜੇ ਦੇਖਣ ਲੱਗ ਜਾਣ ਤੇ ਚੰਡੀਗੜ੍ਹ ਤਾਂ ਫਿਰ ਦੁਬਾਰਾ ਸਿਟੀ ਬਿਊਟੀਫੁਲ ਬਣ ਜਾਏਗਾ ਸ਼ਾਇਦ। ਤੁਸੀਂ ਪਿਛਲੇ ਇਸ਼ੂ ਦੀ ਗੱਲ ਕੀਤੀ ਹੈ ਕਿ ਰੌਲਾ ਪਾਇਆ ਸੀ ਤੇ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੇ ਹੁਕਮ ਦੇ ਦਿੱਤੇ ਕਿ ਕੋਈ ਹਵਾਈ ਸਫ਼ਰ ਨਹੀਂ ਕਰੂਗਾ ਜਾਂ ਫਸਟ ਕਲਾਸ ਸਫ਼ਰ ਨਾ ਕਰੂਗਾ, ਬਿਜ਼ਨਸ ਕਲਾਸ ਸਫ਼ਰ ਨਹੀਂ ਕਰੂਗਾ। ਉਹ ਅਫਸਰ ਤਾਂ ਜਦੋਂ ਵੇਖਦੇ ਹੋਣੇ ਕਿ ਰੌਲਾ ਮਸਲਾ ਚੱਕਿਆ ਕਿਹਨੇ, ਉਹ ਤਾਂ ਕਹਿੰਦੇ ਹੋਣੇ ਆਰ ਕੇ ਗਰਗ ਹੈ ਕਿੱਥੇ ਨੇ, ਉਹਨਾਂ ਨੂੰ ਪੁੱਛੀਏ ਤਾਂ ਅਸੀਂ ਸਾਡਾ ਸਫ਼ਰ ਖਰਾਬ ਕਰਤਾ। ਨਹੀਂ, ਉਹ ਨਹੀਂ ਕਹਿੰਦੇ, ਕਿਉਂਕਿ ਇਹ ਕੋਈ ਗਲਤ ਕੰਮ ਤਾਂ ਹੋਇਆ ਨਹੀਂ ਹੈ, ਇਹਦੇ 'ਚ ਕੋਈ ਗਲਤੀ ਨਹੀਂ ਹੈ। ਤੇ ਬਲਕਿ ਇਹ ਕਿ ਜਿਹੜੇ ਪੁਰਾਣੇ ਅਫਸਰ ਸੀ ਉਹ ਕਹਿੰਦੇ ਦੇਖੋ ਜੀ ਅਸੀਂ ਤਾਂ 450 ਰੁਪਏ ਟਿਕਟ ਲੈ ਕੇ ਸ਼ਤਾਬਦੀ 'ਚ ਜਾਂਦੇ ਸੀ ਦਿੱਲੀ, ਇਹ ਤੁਸੀਂ ਇਹ ਮਸਲਾ ਖੋਲ੍ਹਿਆ, ਤੁਹਾਡੀ ਤਾਂ ਅੱਖਾਂ ਖੁੱਲ੍ਹ ਗਈਆਂ ਵੀ ਇਹੋ ਜਿਹਾ ਕੰਮ ਵੀ ਹੋ ਸਕਦਾ, ਅਸੀਂ ਤਾਂ ਕਦੀ ਨਹੀਂ ਕੀਤਾ। ਤੇ ਇਸ ਲਈ ਜਿਹੜਾ ਦੇਖੋ ਜੋ ਸਹੀ ਹੈ ਉਹ ਸਹੀ ਹੈ, ਗਲਤ ਹੈ ਜੋ ਗਲਤ ਹੈ। ਤੇ ਇਸ ਕਰਕੇ ਇਹਦੇ 'ਚ ਕੋਈ ਉਹ ਨਹੀਂ ਹੈ, ਮੈਨੂੰ ਕੋਈ ਉਹ ਨਹੀਂ ਕਹਿੰਦਾ ਵੀ ਨਹੀਂ, ਕੋਈ ਨਹੀਂ। ਔਰ ਮੈਂ ਸਹੀ ਕਰਦਾ, ਗਲਤ ਕਿਉਂ ਕਰਦਾ? ਗਲਤ ਕਰੂੰਗਾ ਤਾਂ ਹੀ ਮੈਨੂੰ ਕਹਿਣਗੇ ਨਾ ਵੀ ਇਹ ਗਲਤ ਹੈ, ਤੇ ਗਲਤ ਕਿਉਂ ਕੀਤਾ? ਸਹੀ ਹੈ, ਕੋਈ ਗਲਤੀ ਹੋਵੇ ਤਾਂ ਮੈਨੂੰ ਦੱਸ ਸਕਦੇ ਹੋ। ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ ਸਨ ਸਾਡੇ ਨਾਲ ਆਰ ਕੇ ਗਰਗ ਸਾਹਿਬ, ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਜਿੰਨੇ ਸਵਾਲ ਅਸੀਂ ਖੜੇ ਕਰਦੇ ਹਾਂ ਪ੍ਰਸ਼ਾਸਕ ਤੱਕ, PMO ਆਫਿਸ ਤੱਕ, ਉਹ ਗੱਲਾਂ ਉਸ ਢੰਗ ਨਾਲ ਪਹੁੰਚਦੀਆਂ ਨਹੀਂ। ਜੇ ਅਸੀਂ ਪਹੁੰਚਾਈਆਂ ਨੇ ਤਾਂ ਉਸ ਦੇ ਵਿੱਚੋਂ ਅਫਸਰ ਲੌਬੀ ਹੈ ਜਿਹੜੀ ਉਹ ਸਹੀ ਤਰੀਕੇ ਦੇ ਨਾਲ ਅੱਗੇ ਪੇਸ਼ ਨਹੀਂ ਕਰਦੀ ਮਸਲਿਆਂ ਨੂੰ, ਜਿਸ ਕਰਕੇ ਮਸਲੇ ਉੱਥੇ ਦੇ ਉੱਥੇ ਖੜੇ ਨੇ। ਖਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਪ੍ਰਸ਼ਾਸਨ ਜਵਾਬ ਦੇਣ ਨੂੰ ਤਿਆਰ ਹੀ ਨਹੀਂ ਹੈ। ਤਾਂ ਹੁਣ ਜਵਾਬ ਕਦੋਂ ਮਿਲਦਾ ਇਹਨਾਂ ਚਿੱਠੀਆਂ ਦਾ, ਇਹ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਇਹਨਾਂ ਨੇ ਦਾਅਵਾ ਇਹ ਕੀਤਾ ਕਿ ਜਿੰਨਾ ਮਰਜ਼ੀ ਪਰੇਸ਼ਾਨ ਕਰਨ, ਜਿੰਨੇ ਮਰਜ਼ੀ ਡਿੱਕੇ ਡਾਉਣ, ਮੈਂ ਥੱਕ ਹਾਰ ਕੇ ਨਹੀਂ ਬੈਠਣਾ, ਮੈਂ ਲਗਾਤਾਰ ਸਵਾਲ ਕਰਦਾ ਰਹਾਂਗਾ, ਮੈਂ ਲਗਾਤਾਰ ਚਿੱਠੀਆਂ ਲਿਖਦਾ ਰਹਾਂਗਾ ਜਦੋਂ ਤੱਕ ਇਹਨਾਂ ਪਬਲਿਕ ਦੇ ਮਸਲਿਆਂ ਦਾ ਹੱਲ ਨਹੀਂ ਹੁੰਦਾ। ਇਸ ਮੁਲਾਕਾਤ 'ਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂਕਾ, ABC ਪੰਜਾਬ, ਚੰਡੀਗੜ੍ਹ।